ਅਜਿਹਾ ਆਖਰੀ ਸਰਵੇਖਣ ਮਨਮੋਹਨ ਸਿੰਘ ਸਰਕਾਰ ਦੁਆਰਾ ਕੀਤਾ ਗਿਆ ਸੀ। ਜੇਕਰ ਤੁਹਾਡੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਆંકੜਾ ਨਹੀਂ ਤਾਂ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ ਛੱਡ ਕੇ ਇਹ ਖੇਤੀ ਕਾਨੂੰਨ ਕਿਵੇਂ ਬਣਾਏ? ਇਹ ਵੱਡਾ ਸਵਾਲ ਹੈ। ਤੁਸੀਂ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟਾਂ ਬਾਰੇ ਸਭ ਕੁਝ ਜਾਣਦੇ ਹੋ, ਜਿਨ੍ਹਾਂ ਦੇ ਹਵਾਈ ਜਹਾਜ਼ਾਂ ਦੇ ਵਿੱਚ ਤੁਸੀਂ ਘੁੰਮਦੇ ਹੋ, ਜਿਹੜੇ ਤੁਹਾਡੀ ਕੰਪੇਨ ਰਨ ਕਰਦੇ ਆ। ਹਰ ਆંકੜਾ ਉਹਨਾਂ ਬਾਰੇ ਤੁਹਾਨੂੰ ਪਤਾ ਹੈ। ਨਿਰਮਾਣ ਅਤੇ ਸੇਵਾ ਖੇਤਰ ਪਹਿਲਾਂ ਹੀ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਹੈ। ਹੁਣ ਤੁਹਾਡੀ ਨਜ਼ਰ ਖੇਤੀਬਾੜੀ ਖੇਤਰ ਤੇ ਹੈ, ਜੋ ਇਸ ਸਮੇਂ ਸਭ ਤੋਂ ਵੱਧ ਲਾਹੇਵੰਦ ਧੰਦਾ ਹੈ। ਪਿਆਰੇ ਪੰਜਾਬੀ, ਮੋਦੀ ਸਰਕਾਰ ਕਹਿੰਦੀ ਹੈ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣਾ ਕਰਨਾ ਚਾਹੁੰਦੀ ਹੈ, ਪਰ ਖੇਤੀਬਾੜੀ ਮੰਤਰੀ ਸ਼੍ਰੀ ਨਰਿੰਦਰ ਤੋਮਰ ਅਨੁਸਾਰ ਉਹਨਾਂ ਦੇ ਮੰਤਰਾਲੇ ਦੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਦਰਸਾਉਂਦਾ ਕੋਈ ਆંકੜਾ ਉਪਲਬਧ ਨਹੀਂ। ਇਹ ਉਹਨਾਂ ਦੀ ਪਾਰਲੀਮੈਂਟ ਦੀ ਸਟੇਟਮੈਂਟ ਹੈ ਬਾਈ। ਅਜਿਹਾ ਆਖਰੀ ਸਰਵੇਖਣ ਮਨਮੋਹਨ ਸਿੰਘ ਸਰਕਾਰ ਦੁਆਰਾ ਕੀਤਾ ਗਿਆ ਸੀ। ਜੇਕਰ ਤੁਹਾਡੇ ਕੋਲ ਕਿਸਾਨਾਂ ਦੀ ਵਿੱਤੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਜਾਂ ਆંકੜਾ ਨਹੀਂ ਤਾਂ ਤੁਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਜੁਮਲਾ ਛੱਡ ਕੇ ਇਹ ਖੇਤੀ ਕਾਨੂੰਨ ਕਿਵੇਂ ਬਣਾਏ? ਇਹ ਵੱਡਾ ਸਵਾਲ ਹੈ। ਤੁਸੀਂ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟਾਂ ਬਾਰੇ ਸਭ ਕੁਝ ਜਾਣਦੇ ਹੋ, ਜਿਨ੍ਹਾਂ ਦੇ ਹਵਾਈ ਜਹਾਜ਼ਾਂ ਦੇ ਵਿੱਚ ਤੁਸੀਂ ਘੁੰਮਦੇ ਹੋ, ਜਿਹੜੇ ਤੁਹਾਡੀ ਕੰਪੇਨ ਰਨ ਕਰਦੇ ਆ। ਹਰ ਆંકੜਾ ਉਹਨਾਂ ਬਾਰੇ ਤੁਹਾਨੂੰ ਪਤਾ ਹੈ। ਨਿਰਮਾਣ ਅਤੇ ਸੇਵਾ ਖੇਤਰ ਪਹਿਲਾਂ ਹੀ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਹੈ। ਹੁਣ ਤੁਹਾਡੀ ਨਜ਼ਰ ਖੇਤੀਬਾੜੀ ਖੇਤਰ ਤੇ ਹੈ, ਜੋ ਇਸ ਸਮੇਂ ਸਭ ਤੋਂ ਵੱਧ ਲਾਹੇਵੰਦ ਧੰਦਾ ਹੈ। 2022 ਉਹ ਸਨ ਹੈ ਜਿੱਥੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਮੋਦੀ ਸਰਕਾਰ ਦੁਆਰਾ ਅੱਜ ਜਿਹੜੀ MSP ਅਨਾਉਂਸ ਕੀਤੀ ਗਈ ਹੈ, ਉਹ 12 ਸਾਲਾਂ ਨੂੰ ਅਗਰ ਦੇਖਿਆ ਜਾਏ ਸਭ ਤੋਂ ਘੱਟ 2% ਭਾਵ 40 ਰੁਪਏ ਵਾਧਾ ਕੀਤਾ ਗਿਆ ਹੈ। ਹੁਣ ਮੈਂ ਲਾਗਤ ਤੇ ਆਉਣਾ। ਜਦੋਂ ਤੁਸੀਂ ਲਾਗਤ ਨੂੰ ਦੇਖਦੇ ਹੋ ਤੇ ਅਪ੍ਰੈਲ 2020 ਦੇ ਵਿੱਚ ਡੀਜ਼ਲ ਦਾ ਰੇਟ 63 ਰੁਪਏ ਪ੍ਰਤੀ ਲੀਟਰ ਸੀ। ਮੌਜੂਦਾ ਦਰ 92 ਰੁਪਏ ਪ੍ਰਤੀ ਲੀਟਰ, ਯਾਨੀ ਕਿ ਜਿਹੜੀ ਲਾਗਤ ਵਧੀ ਹੈ ਉਹ ਡੀਜ਼ਲ ਦੇ ਉੱਤੇ ਇਕੱਲੇ 48% ਇੱਕ ਸਾਲ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਕਿਸੇ ਇੱਕ ਸਾਲ ਦੇ ਵਿੱਚ 30 ਰੁਪਏ ਡੀਜ਼ਲ ਵਧਿਆ ਹੋਵੇ। ਜਦੋਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ 2014 ਚ ਔਰ ਮੋਦੀ ਸਰਕਾਰ ਆਈ ਹੈ ਤੇ ਡੀਜ਼ਲ ਦੇ ਰੇਟ 50 ਤੋਂ ਥੋੜੇ ਜਿਹੇ ਉੱਤੇ 53 ਰੁਪਏ ਸੀ। ਹੁਣ ਸਰੋਂ ਦੇ ਤੇਲ ਦੇ ਉੱਤੇ ਆਨੇ ਆ ਔਰ ਇਹ ਸਾਰੀਆਂ ਲਾਗਤਾਂ ਨੇ ਜਿਹੜੀਆਂ ਕਿਸਾਨ ਦੇ ਉੱਤੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਪੈਂਦੀਆਂ ਨੇ। ਸਰੋਂ ਦਾ ਤੇਲ 174% ਮਹਿੰਗਾ ਇੱਕ ਸਾਲ ਦੇ ਵਿੱਚ, ਹੈਰਾਨੀ। DAP 140% ਮਹਿੰਗਾ ਖਾਦ। ਸੂਰਜਮੁਖੀ ਦਾ ਤੇਲ 170% ਮਹਿੰਗਾ ਇੱਕ ਸਾਲ ਦੇ ਵਿੱਚ। LPG ਦਾ ਸਿਲੰਡਰ ਵੀਰੋ 9 ਮਹੀਨਿਆਂ ਦੇ ਵਿੱਚ 190 ਰੁਪਏ ਦਾ ਵਾਧਾ। ਜਿਸ ਅਨੁਪਾਤ ਦੇ ਨਾਲ ਵਸਤਾਂ ਦੀ ਕੀਮਤ ਦੇ ਵਿੱਚ ਵਾਧਾ ਹੋਇਆ ਹੈ, ਕੀ ਕਿਸਾਨਾਂ ਦੀ ਆਮਦਨ ਦੇ ਵਿੱਚ ਉਸੇ ਅਨੁਸਾਰ ਦੇ ਨਾਲ ਵਾਧਾ ਹੋਇਆ? ਦਰਅਸਲ ਇਹ 3 ਖੇਤੀ ਕਾਨੂੰਨ ਅੰਬਾਨੀ ਅਤੇ ਅਡਾਨੀ ਨੂੰ ਮੁਨਾਫਾ ਦੇਣ ਦੇ ਲਈ ਲਿਆਂਦੇ ਗਏ ਹੈ ਔਰ ਇਹੀ ਅਸਲ ਸੱਚ ਹੈ। 90% ਆਬਾਦੀ ਨੂੰ ਨਜ਼ਰਅੰਦਾਜ਼ ਕਰਕੇ, ਜਿਹਦੇ 'ਚ ਕਿਸਾਨ, ਮਜ਼ਦੂਰ ਤੇ ਛੋਟੇ ਵਪਾਰੀ ਆਉਂਦੇ। ਅੱਗੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ 2 ਕੇਸ ਦੱਸਦਾ ਕਿ ਉਹ ਕਿਵੇਂ ਕਾਰਪੋਰੇਟ ਏਕਾਧਿਕਾਰ ਮੋਨੋਪੋਲੀ ਬਣਾਉਣ ਦੇ ਲਈ ਕਾਨੂੰਨ ਅਤੇ ਨੀਤੀਆਂ ਨੂੰ ਮਰੋੜ ਕੇ ਵੱਧ ਤੋਂ ਵੱਧ ਮੁਨਾਫਾ ਅੰਬਾਨੀ ਤੇ ਅਡਾਨੀ ਨੂੰ ਦਿੱਤਾ ਜਾਂਦਾ ਹੈ। ਨੰਬਰ 1, ਹਿਮਾਚਲ ਪ੍ਰਦੇਸ਼ ਦਾ 5000 ਕਰੋੜ ਦਾ ਐਪਲ ਬਾਜ਼ਾਰ।
ਵੱਡਾ ਮਗਰਮੱਛ ਅਡਾਨੀ ਐਗਰੀ ਫਰੈਸ਼ ਸ਼ੁਰੂ ਦੇ ਵਿੱਚ ਕਿਸਾਨਾਂ ਨੂੰ APMC ਮੰਡੀ ਨਾਲੋਂ ਵੱਧ ਰੇਟ ਦੇ ਆਕਰਸ਼ਣ ਦੇ ਕੇ ਆਪਣੇ ਵੱਲ ਲੁਭਾਉਂਦਾ ਸੀ। ਖਰੀਦ ਦੇ ਵਿੱਚ ਜ਼ਿਆਦਾ ਰੇਟ ਦੇ ਕੇ ਕਿਸਾਨ ਉਹਦੇ ਵੱਲ ਆਕਰਸ਼ਿਤ ਹੋਏ ਤੇ ਕੁਝ ਹੀ ਅਰਸੇ ਬਾਅਦ ਜਦੋਂ ਛੋਟੇ ਵਪਾਰੀ ਮਰ ਗਏ ਤੇ ਅਡਾਨੀ ਸਾਹਿਬ ਨੇ 12 ਤੋਂ 72 ਰੁਪਏ ਰੇਟ ਸਿੱਟਾ ਮੋਨੋਪੋਲੀ ਬਣਾ ਕੇ, ਤੇ ਉਹੀ ਅੱਗੇ 250 ਰੁਪਏ ਤੋਂ ਵੱਧ ਪ੍ਰਤੀ ਕਿਲੋ ਦੀ ਦਰ ਦੇ ਨਾਲ ਵੇਚਿਆ। ਕਿਸਾਨਾਂ ਨੂੰ ਅਡਾਨੀ ਕਲੈਕਸ਼ਨ ਸੈਂਟਰ ਤੱਕ ਪਹੁੰਚਾਉਣ ਦੇ ਲਈ ਉਤਪਾਦਾਂ ਦੀ ਪੈਕਿੰਗ ਅਤੇ ਆਵਾਜਾਈ ਦਾ ਖਰਚ ਵੀ ਦੇਣਾ ਪੈਂਦਾ ਹੈ। ਕਿਸਾਨਾਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਸ਼ਾਮਲ ਕੀਤੇ ਬਿਨਾਂ ਅਡਾਨੀ ਸਮੂਹ ਮਨਮਰਜ਼ੀ ਆਰਬਿਟਰੇਰੀ ਤਰੀਕੇ ਦੇ ਨਾਲ ਸੇਬ ਦੀ ਕੀਮਤ ਨਿਰਧਾਰਿਤ ਕਰਦਾ ਹੈ, ਜਦਕਿ APMC ਦੇ ਵਿੱਚ ਸਾਡੀਆਂ ਜਿਹੜੀਆਂ APMC ਦੀਆਂ ਮੰਡੀਆਂ ਦੇ ਵਿੱਚ ਅੱਜ ਵੀ ਕਿਸਾਨ ਨੂੰ 90 ਤੋਂ 125 ਰੁਪਏ ਪ੍ਰਤੀ ਕਿਲੋ ਪ੍ਰਾਪਤ ਹੁੰਦੇ ਨੇ। ਅਡਾਨੀ ਸਮੂਹ ਨੂੰ ਮੋਦੀ ਸਰਕਾਰ ਵੱਲੋਂ ਨਿਯੰਤਰਿਤ ਮਾਹੌਲ CA ਵਿੱਚ ਕੋਲਡ ਸਟੋਰਾਂ ਸਬਸਿਡੀ ਦਰਾਂ ਦੇ ਸਥਾਪਿਤ ਕਰਨ ਦੇ ਲਈ ਜ਼ਮੀਨ ਸਸਤੀ ਦਿੱਤੀ ਗਈ ਅਤੇ ਸਰਕਾਰ ਵੱਲੋਂ 75% ਸਬਸਿਡੀ ਪ੍ਰਾਪਤ ਕਰਨ ਲਈ ਨੀਤੀ ਨੂੰ ਹੀ ਤੋੜ ਮੋੜ ਦਿੱਤਾ ਗਿਆ। ਬਾਕੀ 25% ਬੈਂਕਾਂ ਤੋਂ ਲੈ ਕੇ ਬਿਨਾਂ ਕੁਝ ਖਰਚੇ ਅਡਾਨੀ ਸੇਬਾਂ ਦੀ ਮਾਰਕੀਟ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਰਿਹਾ ਹੈ ਔਰ ਹਰ ਨੀਤੀ ਇਹਨਾਂ ਦੇ ਮੁਨਾਫੇ ਦੇ ਲਈ ਬਣਾਈ ਜਾਂਦੀ ਹੈ। ਨੰਬਰ 2, ਸਰੋਂ ਦਾ ਤੇਲ। ਜਿਨ੍ਹਾਂ ਨਿਯਮਾਂ ਦੀ ਸਿਫਾਰਿਸ਼ FSSAI ਨੇ ਕੀਤੀ ਹੈ ਉਹਨਾਂ ਵਿੱਚ ਸ਼ਾਮਿਲ ਹੈ ਕਿ ਬਹੁ ਸਰੋਤ ਖਾਣ ਵਾਲੇ ਤੇਲ ਨੂੰ ਖੁੱਲਾ ਨਾ ਵੇਚਿਆ ਜਾਏ। ਇਹ ਨਿਰਦੇਸ਼ ਜਾਰੀ ਕੀਤੇ ਗਏ। ਪਹਿਲਾਂ ਤੁਸੀਂ ਦੇਖਿਆ ਹੋਣਾ ਕਿਸਾਨ ਵੀਰ ਖੁੱਲਾ ਸਰੋਂ ਦਾ ਤੇਲ ਵੇਚਦੇ ਵੀ ਸੀ, ਕਢਾਉਂਦੇ ਵੀ ਸੀ, ਘਰ ਨੂੰ ਵੀ ਲਿਜਾਂਦੇ ਸੀ। ਸਿਰਫ AG ਮਾਰਕ ਦੇ ਅਧੀਨ ਵਿਕਰੀ ਹੋਵੇਗੀ, ਇਹ ਨਿਰਦੇਸ਼ ਜਾਰੀ ਕੀਤਾ। ਪਿਛਲੇ ਸਾਲ ਸਰੋਂ ਦੇ ਤੇਲ ਦੀ ਮੰਗ ਅਤੇ ਸਪਲਾਈ ਇੱਕ ਸਮਾਨ ਸੀ। ਸਪਲਾਈ ਵੀ ਉਨੀ ਸੀ ਤੇ ਡਿਮਾਂਡ ਵੀ ਉਨੀ ਸੀ, ਇਹਦੇ 'ਚ ਕੋਈ ਫਰਕ ਨਹੀਂ ਪਿਆ। ਫਿਰ ਵੀ ਸਰੋਂ ਦੇ ਤੇਲ ਦੀ ਕੀਮਤ 174% ਵਧੀ ਇੱਕ ਸਾਲ ਦੇ ਵਿੱਚ। ਮੂੰਗਫਲੀ ਦੇ ਤੇਲ ਦੀ ਕੀਮਤ 180% ਵਧੀ ਇੱਕ ਸਾਲ ਦੇ ਵਿੱਚ। ਹੁਣ ਅਡਾਨੀ ਇਲਮਾਰ ਸਮੂਹ ਨੇ ਬਾਜ਼ਾਰ ਵਿੱਚ 4,500 ਕਰੋੜ ਰੁਪਏ ਇਕੱਠੇ ਕਰਨ ਲਈ ਆਪਣਾ ਪਹਿਲਾ IPO ਲਾਂਚ ਕਰ ਦਿੱਤਾ ਹੈ। ਮਤਲਬ ਲੋਕਾਂ ਤੋਂ ਪੈਸੇ ਲਊਗਾ ਬਗੈਰ ਆਪਣਾ ਇੱਕ ਵੀ ਪੈਸਾ ਲਾਏ। ਜੇ ਘਾਟਾ ਤੇ ਲੋਕਾਂ ਦਾ, ਜੇ ਵਾਧਾ ਤੇ ਅੰਬਾਨੀ ਸਾਹਿਬ ਦਾ। ਮਾਲ ਲੋਕਾਂ ਦਾ, ਮਸ਼ਹੂਰੀ ਅਡਾਨੀ ਦੀ ਕੰਪਨੀ ਦੀ। ਇਸੇ ਤਰ੍ਹਾਂ ਉਹਨਾਂ ਨੇ ਖੇਤੀ ਖੇਤਰ ਵਿੱਚ ਅੰਬਾਨੀ ਤੇ ਅਡਾਨੀ ਦਾ ਮੋਨੋਪੋਲੀ ਕਾਇਮ ਕਰਨ ਦੇ ਲਈ 3 ਖੇਤੀ ਕਾਨੂੰਨ ਲਿਆਂਦੇ। ਇਹਨਾਂ ਖੇਤੀ ਕਾਨੂੰਨਾਂ ਨੂੰ ਸਮਝਣ ਦੇ ਲਈ ਸਾਨੂੰ 2014 ਵਿੱਚ ਵਾਪਸ ਜਾਣਾ ਪਵੇਗਾ। ਅਗਸਤ 2014 ਸ਼ਾਂਤਾ ਕੁਮਾਰ ਦੀ ਕਮੇਟੀ ਦੀ ਮੀਟਿੰਗ ਕੀ ਰეკਮੈਂਡ ਕਰਦੀ ਹੈ? 4 ਰეკਮੈਂਡੇਸ਼ਨ। ਪਹਿਲਾ, ਪ੍ਰਾਈਵੇਟ ਖਿਡਾਰੀਆਂ ਨੂੰ ਖੇਤੀ ਉਤਪਾਦਨ ਦੀ ਖਰੀਦ ਪ੍ਰਕਿਰਿਆ ਦੇ ਵਿੱਚ ਲਿਆਉਣ ਲਈ FCI ਸਾਰੇ ਖਰੀਦ ਕਾਰਜ ਛੱਡੇ। 2, ਜੇ ਰਾਜ ਸਰਕਾਰ ਦੁਆਰਾ MSP ਦੇ ਉੱਤੇ ਕੋਈ ਬੋਨਸ ਦਿੱਤਾ ਜਾਂਦਾ ਹੈ ਤਾਂ ਕੇਂਦਰ ਸਰਕਾਰ ਕੇਂਦਰੀ ਪੂਲ ਹੇਠਾਂ ਉਸ ਦਾ ਅਨਾਜ ਸਵੀਕਾਰ ਨਹੀਂ ਕਰੇਗੀ। ਇਹ ਬਲੈਕਮੇਲ ਸੀ। ਤੀਜਾ, FCI ਨੂੰ ਸਟੋਰ ਕਰਨ ਦਾ ਕੰਮ ਨਿੱਜੀ ਖਿਡਾਰੀਆਂ ਯਾਨੀ ਅਡਾਨੀ ਨੂੰ ਆਊਟਸੋਰਸ ਕਰਨਾ ਚਾਹੀਦਾ ਹੈ। ਰਿਕਮੈਂਡੇਸ਼ਨ ਹੈ। ਚੌਥੀ, ਕਮੇਟੀ ਸੁਝਾਅ ਦਿੰਦੀ ਹੈ ਕਿ ਕੇਂਦਰ ਨੂੰ PDS ਸਿਸਟਮ ਦੇ ਅਧੀਨ ਜਿਹੜਾ 67% ਗਰੀਬ ਸਬਸਿਡਾਈਜ਼ ਰੇਟ ਦੇ ਉੱਤੇ ਫੂਡ ਸਿਕਿਉਰਿਟੀ ਦੇ ਤਹਿਤ ਖਾਣਾ ਅੰਨ ਪਾਣੀ ਲੈਂਦਾ ਸੀ, ਉਹਦੀ ਆਬਾਦੀ ਨੂੰ ਮੁੜ ਵਿਚਾਰ ਕੇ 40% ਘਟਾ ਕੇ 27% ਲੋਕਾਂ ਨੂੰ, ਗਰੀਬੀ ਰੇਖਾ ਵਾਲਿਆਂ ਨੂੰ ਇਹ ਜਿਹੜਾ PDS ਮਿਲਦਾ ਹੈ ਇਹ ਬੰਦ ਕੀਤਾ ਜਾਵੇ। ਇਹਦਾ ਨਾ ਕੋਈ ਆંકੜਾ ਹੈ, ਨਾ ਕੋਈ ਰਿਕਾਰਡ ਹੈ ਤੇ ਨਾ ਕੋਈ ਫਿਗਰਸ ਨੇ ਜਿਸ ਤਹਿਤ ਇਹ ਪਤਾ ਲੱਗੇ ਕਿ ਕੌਣ ਅਮੀਰ ਹੈ ਤੇ ਕੌਣ ਗਰੀਬ ਹੈ। ਇਹਦਾ ਕੋਈ ਰਿਕਾਰਡ ਨਹੀਂ। ਨੰਬਰ 5, ਇਹਨਾਂ ਸਿਫਾਰਿਸ਼ਾਂ ਨੂੰ ਪੜ੍ਹੋ ਅਤੇ ਇਸ ਦੀ ਤੁਲਨਾ ਮੌਜੂਦਾ ਖੇਤੀ ਕਾਨੂੰਨਾਂ ਅਤੇ FCI ਦੀ ਹਾਲਤ ਦੇ ਨਾਲ ਕਰੋ। ਇਹਨਾਂ ਸਿਫਾਰਿਸ਼ਾਂ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਭਾਗ 1,
1 ਤੋਂ 3 ਜਿਹੜੀਆਂ ਸਿਫਾਰਿਸ਼ਾਂ ਕੀਤੀਆਂ ਗਈਆਂ ਨੇ ਉਹ ਰਿਟੇਲ ਬਾਜ਼ਾਰ ਨੂੰ, ਪਰਚੂਨ ਬਾਜ਼ਾਰ ਨੂੰ ਨਿਯੰਤਰਣ ਕਰਨ ਲਈ ਸਟੋਰੇਜ, ਪ੍ਰੋਕਿਉਰਮੈਂਟ ਅਤੇ ਪ੍ਰਬੰਧਨ, ਭੰਡਾਰਨ, ਖਰੀਦ ਅਤੇ ਲੌਜਿਸਟਿਕਸ ਦੇ ਨਾਲ ਸੰਬੰਧਿਤ ਹੈ। ਭਾਗ B ਚੌਥੀ ਸਿਫਾਰਿਸ਼ ਰਿਟੇਲ ਬਾਜ਼ਾਰ ਦੇ ਨਿਯੰਤਰਣ ਦੇ ਨਾਲ ਸੰਬੰਧਿਤ ਹੈ ਕਿ ਪਰਚੂਨ ਦੇ ਵਿੱਚ ਜਿੱਥੇ ਜਿੱਥੇ ਸਮਾਨ ਵਿਕਦਾ ਹੈ ਉਹਦੇ ਨਾਲ ਸੰਬੰਧਿਤ ਹੈ। ਇਸ ਖੇਤਰ ਵਿੱਚ ਅੰਬਾਨੀ ਅਤੇ ਅਡਾਨੀ ਦੀ ਮੋਨੋਪੋਲੀ ਏਕਾਧਿਕਾਰ ਸਥਾਪਿਤ ਕਰਨ ਲਈ ਸਰਕਾਰ ਨੇ ਜਾਣਬੁੱਝ ਕੇ ਯੋਜਨਾਬੱਧ ਤਰੀਕੇ ਦੇ ਨਾਲ FCI ਨੂੰ ਤਬਾਹ ਕਰਨਾ ਸ਼ੁਰੂ ਕੀਤਾ। FCI ਦੀ ਆਪਣੀ ਕੋਈ ਆਮਦਨ ਨਹੀਂ ਅਤੇ ਉਹ ਕੇਂਦਰ ਸਰਕਾਰ ਤੇ ਪੂਰੀ ਤਰ੍ਹਾਂ ਨਿਰਭਰ ਹੈ। ਸਰਕਾਰ ਨੇ 2015 ਤੋਂ 19 ਦੇ ਸ਼ਾਸਨ ਦੌਰਾਨ ਬਜਟ ਵਿੱਚ ਭੋਜਨ ਸਬਸਿਡੀ, ਫੂਡ ਸਿਕਿਉਰਿਟੀ ਲਈ ਲੋੜੀਂਦਾ ਫੰਡ ਨਹੀਂ ਦਿੱਤਾ, ਜਿਸ ਕਾਰਨ FCI ਨੂੰ ਵੱਧ ਵਿਆਜ ਦਰਾਂ ਉੱਤੇ ਹੋਰ ਸਰੋਤਾਂ ਤੋਂ ਕਰਜ਼ਾ ਲੈਣ ਲਈ ਮਜਬੂਰ ਹੋਣਾ ਪਿਆ। ਨਤੀਜਾ ਮੋਦੀ ਸਰਕਾਰ ਦੇ ਪਿਛਲੇ 5 ਸਾਲਾਂ ਦੌਰਾਨ FCI ਦਾ ਕਰਜ਼ਾ 3 ਗੁਣਾ ਹੋ ਗਿਆ। 1965 ਤੋਂ ਵੀਰੋ 2014 ਤੱਕ, 1965 ਤੋਂ 2014 ਮਤਲਬ 50 ਸਾਲਾਂ ਦੇ ਵਿੱਚ ਕਰਜ਼ਾ FCI ਦੇ ਉੱਤੇ 91,000 ਕਰੋੜ ਸੀ ਤੇ ਮੋਦੀ ਸਰਕਾਰ ਦੇ 5 ਸਾਲਾਂ ਦੌਰਾਨ ਇਹ 4 ਲੱਖ ਕਰੋੜ ਰੁਪਈਆ ਹੋ ਗਿਆ। ਇਥੋਂ ਮਨਸ਼ਾ ਸਾਫ਼ ਦਿਖਦੀ ਹੈ ਕਿ FCI ਨੂੰ ਮਾਰਨ ਦੇ ਲਈ ਇੱਕ ਜਾਣਬੁੱਝ ਕੇ ਡੈਲੀਬਰੇਟ ਮੈਕੈਨਿਜ਼ਮ ਬਣਾਇਆ ਗਿਆ। FCI 4 ਕੰਮ ਕਰਦੀ ਹੈ: ਖਰੀਦ, ਭੰਡਾਰ ਅਤੇ ਜਨਤਕ ਵੰਡ ਪ੍ਰਣਾਲੀ PDS ਦਾ ਪ੍ਰਬੰਧ। ਅਡਾਨੀ ਦੀ ਬੰਦਰਗਾਹ 2 ਕਾਰੋਬਾਰ ਉੱਤੇ ਮੋਨੋਪੋਲੀ ਏਕਾਧਿਕਾਰ ਹੈ। ਉਹ ਰੇਲਵੇ ਰੈਕ ਅਤੇ ਅਨੇਕਾਂ ਸਾਈਲੋਆਂ ਦਾ ਮਾਲਕ ਹੈ। ਜੇਕਰ FCI ਢਹਿ ਜਾਂਦਾ ਹੈ ਤਾਂ ਸਟੋਰੇਜ, ਖਰੀਦ ਅਤੇ ਲੌਜਿਸਟਿਕ ਮਤਲਬ ਪ੍ਰਬੰਧਨ ਅਡਾਨੀ ਦੇ ਕੋਲ ਚਲਾ ਜਾਵੇਗਾ। ਰਿਟੇਲ ਅੰਬਾਨੀ ਨੂੰ ਚਲਾ ਜਾਵੇਗਾ। ਪਬਲਿਕ ਸੈਕਟਰ ਖਤਮ ਤੇ ਸਾਰਾ ਮੁਨਾਫਾ ਅਡਾਨੀ ਔਰ ਅੰਬਾਨੀ ਦੇ ਪ੍ਰਾਈਵੇਟ ਸੈਕਟਰ ਦੀ ਜੇਬ ਦੇ ਵਿੱਚ। ਅਡਾਨੀ ਦਾ ਖੇਤੀ ਕਾਰੋਬਾਰ ਬੁਨਿਆਦੀ ਢਾਂਚੇ ਅਤੇ ਲੌਜਿਸਟਿਕਸ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦਾ ਲਿੰਕ ਪੋਰਟ ਅਤੇ ਟਰਾਂਸਪੋਰਟ ਨੈਟਵਰਕ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਸੰਪੰਨ ਹੈ। ਅੰਤ FCI ਢਹਿ ਜਾਵੇਗੀ ਕਿਉਂਕਿ ਉਹਦੇ ਕੋਲ ਅਦਾਇਗੀ ਕਰਨ ਦਾ ਕੋਈ ਸਮਰੱਥਾ ਨਹੀਂ ਹੈ। ਹੁਣ ਗੱਲ ਕਰੀਏ ਅੰਬਾਨੀ ਦੀ। 2018 ਚ 100% ਪਰਚੂਨ ਦੀ ਰਿਟੇਲ ਦੀ ਖੁੱਲ੍ਹ ਮਿਲੀ। ਅੰਤਰਰਾਸ਼ਟਰੀ ਪੱਧਰ ਤੇ ਫੰਡ ਵਧਾਉਣ ਦੀ ਮਿਲੀ ਭੁਗਤ ਸੀ। 2019 ਦੇ ਵਿੱਚ ਈ-ਕਮਰਸ ਨੀਤੀ ਦੇ ਵਿੱਚ ਬਦਲਾਵ, ਸਾਰੇ ਬਾਜ਼ਾਰ ਉੱਤੇ ਕਬਜ਼ਾ ਹੋਣ ਦੇ ਲਈ, ਤੇ 2020 ਦੇ ਵਿੱਚ ਖੇਤੀ ਕਾਨੂੰਨ ਮੋਨੋਪੋਲੀ ਬਣਾਉਣ ਦੇ ਲਈ ਅੰਬਾਨੀ। FDI ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ, ਵਿਦੇਸ਼ੀ ਲੋਕ ਜਿਹੜੇ ਇਨਵੈਸਟਮੈਂਟ ਕਰ ਸਕਦੇ, ਪਹਿਲਾਂ ਪਰਚੂਨ ਵਿੱਚ ਸਿਰਫ 49% ਦੀ ਆਗਿਆ ਸੀ, ਜਿਸ ਵਿੱਚ 30% ਸਮਾਨ ਸਥਾਨਕ ਪੱਧਰ ਦੇ ਉੱਤੇ ਖਰੀਦਣਾ ਇਹ ਲਾਜ਼ਮੀ ਸ਼ਰਤ ਸੀ ਤਾਂ ਕਿ ਛੋਟੇ ਵਪਾਰੀ ਆਪਣੀ ਦੁਕਾਨਦਾਰੀ ਪਰਚੂਨ ਦੀ ਕਰਦੇ ਰਹਿਣ। ਹੁਣ ਸਥਾਨਕ ਤੌਰ ਤੇ ਜਦੋਂ ਹੀ BJP ਦੀ ਸਰਕਾਰ ਆਈ, ਸਥਾਨਕ ਤੌਰ ਦੇ ਉੱਤੇ ਸਮਾਨ ਖਰੀਦਣ ਦੇ ਲਈ ਕੋਈ ਲਾਜ਼ਮੀ ਸ਼ਰਤ ਨਹੀਂ ਅਤੇ FDI ਵਿੱਚ 100% ਇਜਾਜ਼ਤ ਦਿੱਤੀ ਗਈ ਰਿਟੇਲ ਸੈਕਟਰ ਦੇ ਵਿੱਚ। ਇਹਦਾ ਮਤਲਬ ਸੀ ਕਿ ਜਿੰਨੀਆਂ ਵੱਡੀਆਂ ਮੱਛੀਆਂ ਨੇ ਉਹਨਾਂ ਨੂੰ ਛੋਟੀਆਂ ਨੂੰ ਨਿਗਲਣ ਦੀ ਪੂਰੀ ਤਰ੍ਹਾਂ ਲੀਗਲ ਇਜਾਜ਼ਤ ਹੈ। ਛੋਟੀਆਂ ਨੂੰ ਮਾਰੋ, ਛੋਟੇ ਵਪਾਰੀ ਨੂੰ ਮਾਰੋ ਔਰ ਵੱਡੇ ਇੱਕਾ ਦੁੱਕਾ ਸਥਾਪਿਤ ਕਰੋ। ਦੇਸ਼ ਦੀ ਈ-ਕਾਮਰਸ ਨੀਤੀ ਦੇ ਨਿਰਮਾਤਾ ਅੰਬਾਨੀ ਸਾਹਿਬ ਨੇ। ਨੀਤੀ ਇਸ ਤਰੀਕੇ ਦੇ ਨਾਲ ਡਰਾਫਟ ਕੀਤੀ ਗਈ ਹੈ ਕਿ ਸਭ ਤੋਂ ਵੱਡੇ ਪਲੇਅਰ ਜਿਹੜੇ ਸੀਗੇ ਫੇਸਬੁੱਕ, WhatsApp, ਉਹਨਾਂ ਨੇ 44,000 ਕਰੋੜ ਰੁਪਈਆ ਅੰਬਾਨੀ ਸਾਹਿਬ ਦੀ ਰਿਟੇਲ ਦੇ ਵਿੱਚ ਇਨਵੈਸਟ ਕਰ ਦਿੱਤਾ। ਇਹਦਾ ਪੂਰਾ ਪ੍ਰਮਾਣ ਹੈ ਕਿ ਭਾਈ ਸਾਰੀਆਂ ਨੀਤੀਆਂ ਇਸ ਤਰੀਕੇ ਨਾਲ ਘੜ ਕੇ ਸਾਰੀ ਵਾਗਡੋਰ, ਸਾਰਾ ਪ੍ਰਬੰਧਨ ਜਿਹੜਾ ਆਨਲਾਈਨ ਖਰੀਦਦਾ ਹੈ ਉਹ ਅੰਬਾਨੀ ਸਾਹਿਬ ਨੂੰ ਦਿੱਤਾ ਗਿਆ। ਜਦੋਂ ਤੁਸੀਂ ਫੇਸਬੁੱਕ, WhatsApp ਤੇ ਅੰਬਾਨੀ ਦਾ ਸ਼ੇਅਰ, ਮਾਰਕੀਟ ਸ਼ੇਅਰ ਲਾਓਗੇ ਆਨਲਾਈਨ ਟ੍ਰੇਡਿੰਗ ਦੇ ਵਿੱਚ, ਜਿਹੜਾ ਕਿ ਫਿਊਚਰ ਹੈ ਕਿਉਂਕਿ ਖਰੀਦਦਾਰੀ ਹੁਣ ਆਨਲਾਈਨ ਹੀ ਹੁੰਦੀ ਹੈ, ਉਹ 110 ਕਰੋੜ ਲੋਕਾਂ ਨੂੰ ਇਨਫਲੂਐਂਸ ਕਰਦਾ ਹੈ। ਇਹਦਾ ਮਤਲਬ 90% ਦੇਸ਼ ਦੀ ਆਨਲਾਈਨ ਮਾਰਕੀਟ ਦੇ ਉੱਤੇ ਮੁਕੇਸ਼ ਅੰਬਾਨੀ ਦਾ
ਕਬਜ਼ਾ ਨਿਸ਼ਚਿਤ ਕਰਤਾ ਸਰਕਾਰ। ਹੁਣ ਆਈਏ ਅਕਾਲੀ ਦਲ ਦੀ ਭੂਮਿਕਾ ਦੇ ਉੱਤੇ, ਜਿਹੜੇ ਮਗਰਮੱਛ ਦੇ ਆਂਸੂ ਬਹਾ ਰਹੇ ਨੇ। ਜਦੋਂ ਇਹ ਆਰਡੀਨੈਂਸ ਆਏ ਤੇ 1 ਮਹੀਨੇ ਬਾਅਦ 2020 ਦੇ ਵਿੱਚ ਜੁਲਾਈ 'ਚ ਆਲ ਪਾਰਟੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਰਕਾਰ ਦਾ ਪੂਰੀ ਤਰ੍ਹਾਂ ਪੱਖ ਪੂਰਿਆ, ਟਿਕਾ ਕੇ ਪ੍ਰਸ਼ੰਸਾ ਕੀਤੀ ਔਰ ਉਹਦੇ ਵਿੱਚ ਕਿਸਾਨ ਯੂਨੀਅਨਾਂ ਵੀ ਸੀ ਔਰ ਹਰ ਪਾਰਟੀ ਮੌਜੂਦ ਸੀ। ਜਦੋਂ ਰੈਜ਼ੋਲੂਸ਼ਨ ਪਿਆ ਸੈਂਟਰ ਦੀ ਸਰਕਾਰ ਦੇ ਖਿਲਾਫ ਤਾਂ ਇਹਨੇ ਆਪਣੇ ਆਪ ਨੂੰ ਵਿਡਰਾਅ ਕੀਤਾ। ਇਹ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, 3 ਖੇਤੀਬਾੜੀ ਕਾਨੂੰਨ ਸੁਖਬੀਰ ਸਿੰਘ ਬਾਦਲ ਨੇ ਸੀਨੀਅਰ ਲੀਡਰਸ਼ਿਪ ਸਮੇਤ ਪ੍ਰੈਸ ਕਾਨਫਰੰਸਾਂ ਕੀਤੀਆਂ ਅਤੇ ਖੁੱਲ੍ਹੇਆਮ ਖੇਤੀ ਕਾਨੂੰਨਾਂ ਦੀ ਪ੍ਰਸ਼ੰਸਾ ਕੀਤੀ। 3 ਸਤੰਬਰ 2020 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੋਦੀ ਸਰਕਾਰ ਦੇ ਪੱਖ ਦੇ ਵਿੱਚ ਆਪਣਾ ਵੀਡੀਓ ਅਪਲੋਡ ਕੀਤਾ, ਜਨਤਕ ਹੈ, ਕੋਈ ਵੀ ਦੇਖ ਲਵੇ। ਤੇ ਫਿਰ ਖੇਤੀ ਕਾਨੂੰਨ 7 ਸਤੰਬਰ 2020 ਹਰਸਿਮਰਤ ਬਾਦਲ ਨੇ ਸੋਸ਼ਲ ਮੀਡੀਆ ਤੇ ਆਪਣਾ ਵੀਡੀਓ ਅਪਲੋਡ ਕੀਤਾ ਔਰ ਖੇਤੀ ਕਾਨੂੰਨਾਂ ਦੀ ਡਟ ਕੇ ਪ੍ਰਸ਼ੰਸਾ ਕੀਤੀ। ਇਹ 3 ਸਤੰਬਰ ਨੂੰ 7 ਸਤੰਬਰ ਨੂੰ ਕਰ ਰਹੀ ਹੈ ਤੇ 17 ਸਤੰਬਰ ਨੂੰ ਹਰਸਿਮਰਤ ਬਾਦਲ ਅਸਤੀਫਾ ਦਿੰਦੀ ਹੈ। ਉਹ ਅਸਤੀਫਾ ਮਜਬੂਰੀ ਦੇ ਵਿੱਚ ਲੋਕਾਂ ਦੇ ਡਰ ਤੋਂ ਦਿੱਤਾ ਗਿਆ, ਉਹ ਕੋਈ ਸਵੈ ਇੱਛਾ ਦੇ ਨਾਲ ਦਿੱਤਾ ਗਿਆ ਅਸਤੀਫਾ ਨਹੀਂ ਸੀ। ਕਿਉਂਕਿ ਜਦੋਂ ਆਰਡੀਨੈਂਸ ਹੋਏ ਉਸ ਤੋਂ 6 ਮਹੀਨੇ ਤੱਕ ਤਾਂ ਤੁਸੀਂ ਤਾਰੀਫਾਂ ਹੀ ਕਰਦੇ ਰਹੇ ਹੋ ਇਹਨਾਂ ਦੀਆਂ, ਤੇ ਬਾਅਦ ਦੇ ਵਿੱਚ ਜਦੋਂ ਦੇਖਿਆ ਵੀ ਲੋਕ ਹੁਣ ਬਾਹਰ ਨਹੀਂ ਨਿਕਲਣ ਦਿੰਦੇ ਤੇ ਮਜਬੂਰੀ ਦੇ ਵਿੱਚ ਤੁਸੀਂ ਅਸਤੀਫਾ ਦਿੱਤਾ। ਮੈਂ ਇਸ ਤੋਂ ਵੀ ਅੱਗੇ ਜਾਣਾ, ਹਰਸਿਮਰਤ ਬਾਦਲ ਨੇ 3 ਥਾਵਾਂ ਦੇ ਉੱਤੇ ਦਸਤਖਤ ਕੀਤੇ ਹੈ ਜਿਹੜੇ ਕਿ ਆਮ ਲੋਕਾਂ ਨੂੰ ਮੈਂ ਅਵਗਤ ਕਰਾਉਣਾ ਚਾਹੁੰਦਾ ਸਮਰਥਨ ਦੇ ਵਿੱਚ ਇਹਨਾਂ 3 ਖੇਤੀ ਕਾਨੂੰਨਾਂ ਦੇ। ਪਹਿਲੀ ਵਾਰ ਫੂਡ ਪ੍ਰੋਸੈਸਿੰਗ ਮੰਤਰੀ ਵਜੋਂ ਬਿੱਲ ਦੇ ਖਰੜੇ ਦੇ ਉੱਤੇ ਹਰਸਿਮਰਤ ਬਾਦਲ ਨੇ ਸਾਈਨ ਕੀਤੇ। ਦੂਜੀ ਵਾਰ ਕੈਬਨਿਟ ਦੇ ਵਿੱਚ ਜਦੋਂ ਆਰਡੀਨੈਂਸ ਆਇਆ ਉਦੋਂ ਸਾਈਨ ਕੀਤੇ। ਤੀਜੀ ਵਾਰ ਕੈਬਨਿਟ ਵਿੱਚ ਜਦੋਂ ਬਿੱਲ ਬਣ ਕੇ ਸਾਹਮਣੇ ਆਇਆ ਉਦੋਂ ਸਾਈਨ ਕੀਤੇ। ਜੇ ਉਹ ਖੇਤੀ ਕਾਨੂੰਨਾਂ ਦੇ ਵਿਰੋਧ ਹੀ ਕਰਦੀ ਸੀ ਤਾਂ ਉਹ ਅਸਹਿਮਤੀ ਨੋਟ ਕਿਉਂ ਨਹੀਂ ਛਾਪਿਆ, ਉਹ ਡਿਸੈਂਟ ਨੋਟ ਅੱਜ ਕਿਉਂ ਜਨਤਕ ਨਹੀਂ ਕਰਦੇ? ਇਹ ਸਵਾਲ ਨੇ ਜਿਹੜੇ ਪੰਜਾਬੀਆਂ ਦੇ ਸਾਹਮਣੇ ਨੇ ਔਰ ਪੰਜਾਬੀਆਂ ਨੂੰ ਇਹਨਾਂ ਦੇ ਉੱਤਰ ਚੰਗੀ ਤਰ੍ਹਾਂ ਪਤਾ। ਆਮ ਆਦਮੀ ਪਾਰਟੀ ਦੀ ਗੱਲ, 1 ਦਸੰਬਰ 2020 ਨੂੰ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਪ੍ਰਾਈਵੇਟ ਮੰਡੀ APMC ਨੂੰ ਰੱਦ ਕਰਕੇ ਪ੍ਰਾਈਵੇਟ ਮੰਡੀ ਸਥਾਪਿਤ ਕਰਨ ਦੇ ਲਈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਵਿੱਚੋਂ ਇੱਕ ਨੂੰ ਨੋਟੀਫਾਈ ਕੀਤਾ, ਜਦ ਕਿ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਅੰਦੋਲਨ ਕਰ ਰਹੇ ਸੀ। ਉਦੋਂ ਬਾਅਦ ਡਰਾਮਾ ਕੀਤਾ, ਸੈਸ਼ਨ ਬੁਲਾ ਕੇ ਬਿੱਲ ਪਾੜਤੇ। ਪਰ ਕੀ ਉਹ ਜਿਹੜਾ ਕਾਨੂੰਨ ਨੋਟੀਫਾਈ ਕੀਤਾ ਸੀਗਾ ਪ੍ਰਾਈਵੇਟ ਮੰਡੀਆਂ ਵਾਲਾ, ਕੀ ਉਹ ਡੀ ਨੋਟੀਫਾਈ ਹੋਇਆ? ਜੇ ਡੀ ਨੋਟੀਫਾਈ ਕੀਤਾ ਤਾਂ ਫਿਰ ਮੈਂ ਮੰਨਾਂ। ਇਹ ਡਰਾਮਾ ਹੈ ਸਾਰਾ, ਇਹ ਦਿਖਾਵਾ ਹੈ ਸਾਰਾ, ਇਹ ਮਗਰਮੱਛ ਦੇ ਆਂਸੂ।